ਦਾ ਦੂਜਾ ਹਿੱਸਾ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ। ਮੇਰੇ ਨਾਲ ਜੁੜ ਕੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ। ਹਰ ਰੋਜ਼ ਦੀ ਤਰ੍ਹਾਂ ਭਾਰਤ ਤੇ ਪੰਜਾਬ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਲਈ ਅਸੀਂ ਹਾਜ਼ਰ ਹੋਏ ਹਾਂ। ਸੋ ਜਾਣਦੇ ਹਾਂ ਸੁਸ਼ੀਲ ਦਸਾਂਝ ਇਹਨਾਂ ਕੋਲੋਂ ਕਿ ਪੰਜਾਬ 'ਚ ਭਾਰਤ 'ਚ ਇਸ ਵੇਲੇ ਕੀ ਚੱਲ ਰਿਹਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਦਾ ਵੀ ਸਵਾਗਤ ਹੈ। ਸੋ ਮੈਂ ਤੇ ਹਰਜੀਤ ਗਿੱਲ ਸਪੈਸ਼ਲ ਸਾਡਾ ਨਿਊਜ਼ ਸੈਗਮੈਂਟ ਹੈ ਪ੍ਰਾਈਮ ਟਾਈਮ ਦੇ ਵਿੱਚ, ਉਹਦੇ ਲਈ ਹਾਜ਼ਰ ਹੈ। ਸੋ ਕਰਦੇ ਹਾਂ ਜੀ ਗੱਲਬਾਤ ਜੀ ਹਰਜੀਤ ਗਿੱਲ। ਦਸਾਂਝ ਸਾਹਿਬ, ਜਿੱਦਾਂ ਆਪਾਂ ਰੋਜ਼ ਹੀ ਡਿਸਕਸ ਕਰਦੇ ਹਾਂ ਕਿ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਉਹ ਬਹੁਤ ਨਜ਼ਦੀਕ ਆ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਪੂਰਾ ਧਿਆਨ ਇਸ ਵੇਲੇ ਲੱਗਿਆ ਹੋਇਆ ਜੋੜ ਤੋੜ ਕਰਨ 'ਚ। ਲੋਕ ਇਧਰੋਂ ਉਧਰ ਜਾ ਰਹੇ ਨੇ, ਉਧਰੋਂ ਇੱਧਰ ਆ ਰਹੇ ਨੇ। ਸਿਆਸਤ ਆਪਣੇ ਰੰਗ ਰੂਪ ਵਟਾ ਰਹੀ ਆ। ਬਹੁਤ ਉਮੀਦਾਂ ਵੀ ਅਸੀਂ ਪਾਲ ਰੱਖੀਆਂ ਨੇ ਕਿ ਕਿਸਾਨ ਐਜੀਟੇਸ਼ਨ ਤੋਂ ਬਾਅਦ ਇਸ ਵਾਰ ਜਿਹੜੀ ਇਲੈਕਸ਼ਨ ਆ ਉਹਦਾ ਕੁਝ ਜਿਹੜਾ ਰੰਗ ਢੰਗ ਆ ਉਹ ਬਦਲਿਆ ਨਜ਼ਰ ਆਏਗਾ। ਵੋਟਰ ਦਾ ਜਿਹੜਾ ਮਨ ਹੈ ਉਹ ਬਦਲਿਆ ਹੋਇਆ ਨਜ਼ਰ ਆਏਗਾ। ਪਰ ਪੋਲੀਟੀਕਲ ਪਾਰਟੀਆਂ ਆਪਣੇ ਢੰਗ ਨਾਲ ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਕਰਦੀਆਂ ਨੇ। ਇਸੇ ਹੀ ਕੈਲਕੂਲੇਸ਼ਨ 'ਚੋਂ ਨਿਕਲਿਆ ਸੀਗਾ ਪਿਛਲੇ ਦਿਨੀ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ, ਜਿਹਨੂੰ ਬੜਾ ਕਿਹਾ ਗਿਆ ਸੀ ਕਿ ਇਹਦੇ ਨਾਲ ਅਕਾਲੀ ਦਲ ਦੀ ਗੁਆਚੀ ਸਾਖ ਜਿਹੜੀ ਆ ਉਹ ਸ਼ਾਇਦ ਕਿਤੇ ਨਾ ਕਿਤੇ ਉਹ ਬਹਾਲ ਕਰਨੀ ਚਾਹੁੰਦੇ ਸੀਗੇ। ਦੂਜੇ ਪਾਸੇ ਜਿਹੜੀ ਦਲਿਤ ਭਾਈਚਾਰੇ ਦੀ ਗਿਣਤੀ ਨੂੰ ਵੇਖਦੇ ਹੋਏ, ਜਿਵੇਂ ਆਪਾਂ ਦੇਖਦੇ ਹਾਂ ਬੀਜੇਪੀ ਨੇ ਇਹ ਗੇਮ ਸ਼ੁਰੂ ਕੀਤੀ ਸੀ ਕਿ ਦਲਿਤ ਵੋਟਰ ਦੇ ਉੱਤੇ ਜਿਹੜੀ ਆ ਉਹ ਸਭ ਦੀ ਨਿਗਾਹ ਟਿਕੀ ਹੋਈ ਸੀ। ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਿਆ ਕਿ ਜਿਹੜਾ ਮੁੱਖ ਮੰਤਰੀ ਆ ਉਹ ਦਲਿਤ ਹੋਣਾ ਚਾਹੀਦਾ ਹੈ। ਕੁਝ ਦਲਾਂ ਨੇ ਐਲਾਨ ਵੀ ਕਰ ਦਿੱਤਾ ਕਿ ਸਾਡਾ ਡਿਪਟੀ ਸੀਐਮ ਜਿਹੜਾ ਉਹ ਦਲਿਤ ਭਾਈਚਾਰੇ 'ਚ ਹੋਏਗਾ। ਇਹਨਾਂ ਚੀਜ਼ਾਂ ਨੂੰ ਵੇਖਦਿਆਂ ਆਇਆ ਲੱਗਦਾ ਸੀ ਕਿ ਅਕਾਲੀ ਦਲ ਤੇ ਬਸਪਾ ਨੇ ਬਹੁਤ ਪਹਿਲ ਕਰਕੇ ਜਿਹੜਾ ਗਠਬੰਧਨ ਕਰ ਲਿਆ ਉਹਦਾ ਕਿਤੇ ਨਾ ਕਿਤੇ ਉਹ ਫਾਇਦਾ ਜ਼ਰੂਰ ਚੁੱਕ ਲੈਣਗੇ। ਪਰ ਹੁਣ ਜਿਵੇਂ ਖਬਰਾਂ ਆ ਰਹੀਆਂ ਨੇ, ਤੁਸੀਂ ਮੈਨੂੰ ਦੱਸਿਆ ਆਫ ਦੀ ਏਅਰ, ਕਿ ਅਜੇ ਇਹ ਸਾਥ ਬਣਿਆ ਵੀ ਨਹੀਂ। ਕਹਿੰਦੇ ਹੁੰਦੇ ਕੋਹ ਨਾ ਤੁਰੀ ਤੇ ਬਾਬਾ ਧਿਆਈ, ਤੇ ਕਿਤੇ ਇੱਦਾਂ ਦਾ ਮਾਹੌਲ ਬਣ ਰਿਹਾ ਹੈ ਕਿ ਇਹ ਗਠਬੰਧਨ ਸ਼ਾਇਦ ਹੀ ਇਲੈਕਸ਼ਨ ਤੱਕ ਪਹੁੰਚ ਸਕੇ। ਇਹਦੇ ਬਾਰੇ ਸਾਨੂੰ ਥੋੜਾ ਦੱਸੋ ਕਿ ਇਹਦੇ ਵਿੱਚ ਕਿਤੇ ਕੀ ਖਾਮੀ ਆ, ਕੀ ਕਾਰਨ ਨੇ ਕਿ ਗਠਬੰਧਨ ਜਿਹੜਾ ਆ ਉਹ ਉਸ ਤਰ੍ਹਾਂ ਦਾ 9 ਮਾਸ ਦਾ ਰਿਸ਼ਤਾ ਨਹੀਂ ਸ਼ਾਇਦ ਬਣ ਰਿਹਾ ਜਿਹੜਾ ਬੀਜੇਪੀ ਨਾਲ ਇਹਨਾਂ ਬਣਾਇਆ ਹੋਇਆ ਸੀਗਾ। ਹਰਜੀਤ ਗਿੱਲ ਜੀ, ਪਹਿਲੀ ਗੱਲ ਤਾਂ ਜਦੋਂ ਇਹ ਗੱਠਜੋੜ ਦਾ ਐਲਾਨ ਹੀ ਕੀਤਾ ਗਿਆ ਸੀ ਤੇ ਉਦੋਂ ਵੀ ਅਸੀਂ ਕਿਹਾ ਸੀ ਕਿ ਇਹ ਗੱਠਜੋੜ ਅਸਲ ਦੇ ਵਿੱਚ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹਦਾ ਜਿਹੜਾ ਆਮ ਸਮਰਥਕ ਹੈ, ਸਧਾਰਨ ਥੱਲੇ ਜਿਹੜਾ ਬੈਠਾ ਕਾਡਰ ਹੈ, ਅਸਲ 'ਚ ਉਹਦੇ ਨਾਲ ਧੋਖਾ ਆ ਇਹ ਗੱਠਜੋੜ। ਜੇ ਸੀਟਾਂ ਦੇ ਲਿਹਾਜ਼ ਨਾਲ ਵੀ ਦੇਖੀਏ ਤਾਂ, ਕਿਉਂਕਿ 20 ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੂੰ ਜਿਹੜੀਆਂ ਇਸ ਗੱਠਜੋੜ 'ਚ ਮਿਲੀਆਂ ਤੇ 20 ਦੇ ਵਿੱਚੋਂ 12 ਸੀਟਾਂ ਤਾਂ ਜਨਰਲ ਨੇ ਤੇ ਬਾਕੀ 8 ਜਿਹੜੀਆਂ ਨੇ ਰਿਜ਼ਰਵ ਨੇ। ਤੇ ਜਿਹੜੀਆਂ ਰਿਜ਼ਰਵ ਸੀਟਾਂ ਵੀ ਨੇ ਜਿੱਥੇ ਮਿਲਣੀਆਂ ਚਾਹੀਦੀਆਂ ਸੀ, ਜਿੱਥੇ ਜ਼ਿਆਦਾ ਦਾਅਵਾ ਮਜ਼ਬੂਤ ਸੀ ਬਹੁਜਨ ਸਮਾਜ ਪਾਰਟੀ ਦਾ, ਉੱਥੇ ਨਹੀਂ ਮਿਲੀਆਂ। ਤੇ ਇਹ ਫਿਰ ਇੱਕ ਥੱਲੇ ਕਾਡਰ ਦੇ ਵਿੱਚ ਗੁੱਸਾ ਫੈਲ ਗਿਆ ਇਸ ਗੱਲ ਕਰਕੇ। ਮਿਸਾਲ ਦੇ ਤੌਰ ਤੇ ਜਿੱਥੇ ਸਭ ਤੋਂ ਜ਼ਿਆਦਾ ਵੋਟ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਪਈ ਬਹੁਜਨ ਸਮਾਜ ਪਾਰਟੀ ਨੂੰ, ਉਹ ਫਲੋਰ ਸੀਟ ਆ, ਉਹ ਵੀ ਇਸ ਗੱਠਜੋੜ 'ਚ ਇਹਨਾਂ ਨੂੰ ਨਹੀਂ ਦਿੱਤੀ ਗਈ। ਜਾਂ ਫਿਰ ਬੰਗਾ ਆ ਜਾਂ ਬਲਾਚੌਰ ਆ, ਇਸ ਤਰ੍ਹਾਂ ਦੀਆਂ 8 ਦੇ ਕਰੀਬ ਸੀਟਾਂ ਜਿਹੜੀਆਂ ਪਿਨ ਪੁਆਇੰਟ ਕੀਤੀਆਂ ਥੱਲੇ ਕਾਡਰ ਨੇ ਵੀ, ਤੇ ਉਹਨਾਂ ਨੇ ਆਵਾਜ਼ ਉਠਾਈ। ਤੇ ਨਾਲ ਦੀ ਨਾਲ ਓਵਰਸੀਜ਼ ਦੇ ਵਿੱਚ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਸਮਰਥਕ ਹੈ, ਉਹਨਾਂ ਨੇ ਇੱਕ ਜ਼ੂਮ ਮੀਟਿੰਗ ਕੀਤੀ ਹੈ। ਉਸ ਜ਼ੂਮ ਮੀਟਿੰਗ 'ਚ ਉਹਨਾਂ ਨੇ ਬੜੇ ਕਿੰਤੂ ਪਰੰਤੂ ਇਸ ਗੱਠਜੋੜ ਬਾਰੇ ਕੀਤੇ ਹੈ ਤੇ ਨਾਲ ਇਹ ਗੱਲ ਕਹੀ ਆ ਵੀ ਇੱਕ ਰਾਏ 'ਚ ਲਗਭਗ ਸਾਰਿਆਂ ਨੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੇ ਅਸਲ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਗੱਠਜੋੜ ਦੇ ਵਿੱਚ ਲੈ ਕੇ ਤੇ ਸੀਟਾਂ ਦੀ ਇਸ ਤਰ੍ਹਾਂ ਦੀ ਵੰਡ ਕਰਕੇ ਬਹੁਤ ਵੱਡਾ ਧੋਖਾ ਦਿੱਤਾ ਹੈ ਤੇ ਇਹਨੂੰ ਰੀਥਿੰਕ ਕਰਨਾ ਚਾਹੀਦਾ ਹੈ। ਜਦੋਂ ਇਹ ਸਾਰੀਆਂ ਗੱਲਾਂ ਬੀਬੀ ਮਾਇਆਵਤੀ ਕੋਲ ਪਹੁੰਚੀਆਂ ਤੇ ਹੁਣ ਖਬਰ ਹੈ ਕਿ ਬੀਬੀ ਮਾਇਆਵਤੀ ਨੇ ਪੰਜਾਬ ਦੀ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਹੈ ਉਹਨੂੰ ਤਲਬ ਕਰ ਲਿਆ। ਸੋ ਇੱਕ ਮੀਟਿੰਗ ਜਿਹੜੀ ਅੱਜ ਭਲਕੇ ਉਹਦਾ ਤਰੀਕ ਮੈਨੂੰ ਹੁਣ ਮੇਰੇ ਸਾਹਮਣੇ ਨਹੀਂ ਹੈ, ਸ਼ਾਇਦ ਅੱਜ ਜਾਂ ਕੱਲ੍ਹ ਨੂੰ ਉਹ ਮੀਟਿੰਗ ਹੈ, ਜਿਹਦੇ 'ਚ ਬੀਬੀ ਮਾਇਆਵਤੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੂਬਾਈ ਆਗੂ ਪਿੱਛੇ ਜਿਨ੍ਹਾਂ ਨੇ ਇਸ ਗੱਲ ਚੜਾਇਆ, ਜਿਹੜੇ ਰਾਜ ਸਭਾ ਦੇ ਮੈਂਬਰ ਨੇ ਬਹੁਜਨ ਸਮਾਜ ਪਾਰਟੀ ਦੇ ਸਤੀਸ਼ ਚੰਦਰ ਮਿਸ਼ਰਾ, ਇਹਨਾਂ ਸਾਰਿਆਂ ਨੇ ਬੈਠ ਕੇ ਇਸ ਗੱਠਜੋੜ 'ਚ ਮਿਲੀਆਂ ਹੋਈਆਂ ਸੀਟਾਂ ਬਾਰੇ ਰੀਥਿੰਕ ਕਰਕੇ ਦੁਬਾਰਾ ਸ਼ਾਇਦ ਰੀਆਰਗਨਾਈਜ਼ ਕਰਕੇ ਅਕਾਲੀ ਦਲ ਦੇ ਉੱਤੇ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੋਏਗੀ ਵੀ ਜਾਂ ਤਾਂ ਇਹ ਸੀਟਾਂ ਜਿਹੜੀਆਂ ਆ ਇਹਨਾਂ ਦੀ ਅਦਲਾ ਬਦਲੀ ਕੀਤੀ ਜਾਏ। ਇੱਕ ਤਾਂ ਸੀਟਾਂ ਉਹ 35-37 ਮੰਗਦੇ ਸੀ, ਉਹ ਨਹੀਂ ਦਿੱਤੀਆਂ, ਜਿਹੜੀਆਂ ਦਿੱਤੀਆਂ ਵੀ ਉਹਦੇ 'ਚੋਂ
ਉਹ ਸੀਟਾਂ ਦਿੱਤੀਆਂ ਗਈਆਂ ਜਿੱਥੋਂ ਬਹੁਤੀਆਂ ਉੱਚੋਂ, ਜਿੱਦਾਂ ਜਿੱਦਾਂ ਮੰਨ ਲਓ ਪਠਾਨਕੋਟ ਹੈ ਜਾਂ ਭੋਆ ਆ, ਜਿੱਥੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਲੜਦੀ ਰਹੀ ਹੈ ਤੇ ਹਾਰਦੀ ਰਹੀ ਹੈ, ਤੇ ਉਹ ਸੀਟਾਂ ਜਿਹੜੀਆਂ ਦਿੱਤੀਆਂ ਗਈਆਂ। ਤੇ ਉਹ ਸੀਟ ਜਿੱਦਾਂ ਪਠਾਨਕੋਟ ਹੈ, ਉਸ ਸੀਟ ਤੇ ਬੀਐਸਪੀ ਨੂੰ ਪਿਛਲੀ ਵਾਰੀ ਸਿਰਫ 475 ਵੋਟਾਂ ਪਈਆਂ ਸੀ, ਯਾਨੀ ਪਹਿਲਾਂ ਹੀ ਪਤਾ ਹੈ ਕਿ ਇਹ ਸੀਟਾਂ ਉਹਨੇ ਹਾਰ ਜਾਣੀਆਂ। ਅਸੀਂ ਵੀ ਇਹ ਗੱਲ ਕਹੀ ਸੀ ਵੀ 20 ਦੇ ਵਿੱਚੋਂ ਇੱਕ ਅੱਧੀ ਸੀਟ ਦੇ ਉੱਤੇ ਮੁਕਾਬਲੇ 'ਚ ਹੋਏਗੀ ਬਹੁਜਨ ਸਮਾਜ ਪਾਰਟੀ, ਬਾਕੀ ਸੀਟਾਂ ਜਿਹੜੀਆਂ ਉੱਤੇ ਜ਼ਮਾਨਤਾਂ ਜ਼ਬਤ ਹੋਣ ਵਾਲੀ ਸਥਿਤੀ ਬਣੇਗੀ। ਹਾਂ, ਇਹਦਾ ਫਾਇਦਾ ਅਕਾਲੀ ਦਲ ਨੂੰ ਹੈਗਾ ਇਸ ਗੱਠਜੋੜ ਦਾ, ਵੀ ਸਾਰੇ ਪੰਜਾਬ ਦੇ ਵਿੱਚ ਜਿੱਥੇ ਭਾਵੇਂ 1000 ਵੋਟ ਹੋਵੇ ਕਿਸੇ ਸੀਟ ਤੇ, ਕਿਤੇ 500 ਹੋਵੇ, ਕਿਤੇ 2000 ਹੋਵੇ, ਉਹ ਵੋਟ ਜਿਹੜੀ ਅਕਾਲੀ ਦਲ ਨੂੰ ਸ਼ਿਫਟ ਹੋ ਜਾਣੀ ਹੈ, ਤੇ ਉਹਦੇ ਨਾਲ 5-7 ਸੀਟਾਂ ਦੇ ਉੱਤੇ ਜਿਹੜਾ ਅਕਾਲੀ ਦਲ ਫਾਇਦੇ 'ਚ ਰਹਿ ਸਕਦਾ ਹੈ। ਕਿਉਂਕਿ ਜਿਹੜੀ ਵੋਟ ਟ੍ਰਾਂਸਫਰ ਹੋਣ ਦੀ ਜਿਹੜੀ ਇੱਕ ਵਿਧੀ ਆ, ਉਹਦੇ 'ਚ ਵੀ ਬਹੁਜਨ ਸਮਾਜ ਪਾਰਟੀ ਦੀ ਵੋਟ ਜਿਹੜੀ ਆ 70-75% ਜਿਹੜੀ ਆ ਉਹਦੇ 'ਚੋਂ ਟ੍ਰਾਂਸਫਰ ਹੋ ਜਾਣੀ ਆ ਅਕਾਲੀ ਦਲ ਨੂੰ, ਤੇ ਅਕਾਲੀ ਦਲ ਦੀ ਬੀਐਸਪੀ ਨੂੰ ਉਸ ਢੰਗ ਦੇ ਨਾਲ ਟ੍ਰਾਂਸਫਰ ਵੀ ਨਹੀਂ ਹੋਣੀ। ਇਹ ਗੱਲ ਅਸੀਂ ਅੱਗੇ ਵੀ ਕਹੀ ਸੀ, ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰੀਥਿੰਕ ਕੀਤਾ ਜਾ ਰਿਹਾ ਹੈ। ਬੀਬੀ ਮਾਇਆਵਤੀ ਜਦੋਂ ਮੀਟਿੰਗ ਲੈਣਗੇ, ਉਹਦੇ ਕੇਵਲ ਰੀਥਿੰਕ ਹੋਏਗਾ, ਵਧਾਉਣ ਦੀ ਗੱਲ ਹੋਏਗੀ, ਜਾਂ ਜਿਹੜੀ 8 ਸੀਟ ਪੁਆਇੰਟ ਕੀਤੀਆਂ ਉਹ ਲੈਣ ਦੀ ਗੱਲ ਹੋਏਗੀ, ਜਾਂ ਫਿਰ ਮਾਇਆਵਤੀ ਨੂੰ ਹੋਰ ਤਰ੍ਹਾਂ ਵੀ ਪ੍ਰੈਸ਼ਰ ਹੋ ਸਕਦਾ ਹੈ, ਤੇ ਉਹ ਸ਼ਾਇਦ ਇਹ ਸਾਰੇ ਉੱਤੇ ਨੂੰ ਵੀ ਕਰ ਦੇਣ, ਕੁਝ ਵੀ ਪੋਸੀਬਿਲਿਟੀ ਹੈ। ਕਿ ਤੁਸੀਂ ਦੇਖੋ ਤੋਂ ਜਦੋਂ ਜਿਹੜੀ ਖੁਸ਼ੀ ਬੜੀ ਮਨਾਈ ਗਈ ਸੀ ਇਸ ਗੱਠਜੋੜ ਦਾ ਐਲਾਨ ਤੋਂ ਬਾਅਦ, ਇੱਕ ਵੱਡਾ ਜਿਹੜਾ ਆ ਕਹਿ ਲਓ ਵੀ ਸੀਸਵਾ ਫਾਰਮ ਦੇ ਬਾਹਰ ਮੁਜ਼ਾਹਰਾ ਵੀ ਕੀਤਾ ਦੋਵਾਂ ਨੇ ਰਲ ਕੇ, ਪਰ ਉਸ ਤੋਂ ਬਾਅਦ ਲਗਾਤਾਰ ਇਸ ਗੱਠਜੋੜ ਦੀ ਕੋਈ ਬਹੁਤੀ ਚਰਚਾ ਵੀ ਨਹੀਂ ਹੋ ਰਹੀ, ਤੇ ਨਾ ਹੀ ਇਹਦੀ ਕੋਈ ਐਕਟੀਵਿਟੀ ਬਹੁਤ ਵੱਡੇ ਪੱਧਰ ਤੇ ਦਿਖਾਈ ਦੇ ਰਹੀ ਹੈ। ਇਸ ਕਰਕੇ ਅਕਾਲੀ ਦਲ ਨੂੰ ਵੀ ਥੋੜਾ ਕਿਤੇ ਨਾ ਕਿਤੇ ਇਲਮ ਹੋ ਗਿਆ ਵੀ ਇਹ ਗੱਠਜੋੜ ਚੋਣਾਂ ਤੱਕ ਸਿਰੇ ਚੜ੍ਹਨਾ ਜਾਂ ਨਹੀਂ ਚੜ੍ਹਨਾ। ਮੈਂ ਤਾਂ ਇੱਥੇ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਜੇ ਚੜ੍ਹ ਵੀ ਜਾਵੇ ਸਿਰੇ ਤੱਕ, ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਬੀਐਸਪੀ ਨੂੰ ਹੈ, ਉਹ ਹੋਰ ਜ਼ਿਆਦਾ ਨੁਕਸਾਨ 'ਚ ਜਾਏਗੀ। ਬੀਐਸਪੀ ਦੇ ਕਾਡਰ 'ਚ ਵੱਡੇ ਪੱਧਰ ਤੇ ਹੋਰ ਨਿਰਾਸ਼ਾ ਪੈਦਾ ਹੋਏਗੀ, ਤੇ ਚੋਣਾਂ ਤੋਂ ਬਾਅਦ ਇਹੀ ਸ਼੍ਰੋਮਣੀ ਅਕਾਲੀ ਦਲ, ਇਹੀ ਸੁਖਬੀਰ ਬਾਦਲ ਜਿਹੜੇ ਕਹਿੰਦੇ ਆ ਵੀ ਅਸੀਂ ਜਿਹਨਾਂ ਦਾ ਹੱਥ ਫੜ ਲਈਏ ਛੱਡਦੇ ਨਹੀਂ। 25 ਸਾਲ ਪਹਿਲਾਂ ਇਹਨਾਂ ਨੇ ਬੀਐਸਪੀ ਦਾ ਹੱਥ ਫੜਿਆ ਤੇ ਉਹ ਛੱਡਿਆ ਵੀ, ਤੇ ਚੋਣਾਂ ਤੋਂ ਤੁਰੰਤ ਬਾਅਦ ਮਾਹੌਲ ਜਦੋਂ ਥੋੜਾ ਜਿਹਾ ਕਿਸਾਨ ਅੰਦੋਲਨ ਜਿਹੜਾ ਹੈ ਜਿੱਤ ਤੋਂ ਬਾਅਦ ਖਤਮ ਹੋਏਗਾ, ਠੀਕ ਹੋਇਆ, ਤੇ ਇਹੀ ਅਕਾਲੀ ਦਲ ਜਿਹੜਾ ਹੈ ਫੇਰ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਏਗਾ, ਇੱਕ ਵਾਰ ਫੇਰ ਬੀਐਸਪੀ ਦਾ ਹੱਥ ਛੱਡੇਗਾ। ਜੀ ਦਸਾਂਝ ਸਾਹਿਬ, ਜਿਹੜੀ ਬਸਪਾ ਆ, ਜਿੱਦਾਂ ਤੁਸੀਂ ਜ਼ਿਕਰ ਕਰਦੇ ਹੋ ਕਿ ਜਿਹੜਾ ਉਹਦਾ ਕਾਡਰ ਹੈ ਥੱਲੇ ਵਾਲਾ, ਉਹ ਬੜਾ ਓਨੈਸਟ ਆ ਔਰ ਬੜਾ ਤਨੋ ਮਨੋ ਜਿਹੜਾ ਆ ਉਹ ਪਾਰਟੀ ਲਈ ਕੰਮ ਕਰਦਾ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਆਰਐਸਐਸ ਦਾ ਕਾਡਰ ਹੁੰਦਾ, ਇਸੇ ਤਰ੍ਹਾਂ ਹੀ ਕਮਿਊਨਿਸਟ ਪਾਰਟੀਆਂ ਦਾ ਕਾਡਰ ਵੀ ਜਿਹੜਾ ਉਹ ਬੜਾ ਕਮਿਟਡ ਹੁੰਦਾ, ਤੇ ਬਸਪਾ ਦਾ ਕਾਡਰ ਵੀ ਜਿਹੜਾ ਆ ਉਹ ਹੈ। ਪਰ ਧਰਮ ਦੇ ਨਾਂ ਤੇ ਅਕਾਲੀਆਂ ਦਾ ਵੀ ਅਜੇ ਕਿਤੇ ਨਾ ਕਿਤੇ ਪਿੰਡਾਂ 'ਚ ਆਧਾਰ ਜਿਹੜਾ ਉਹ ਪੂਰੀ ਤਰ੍ਹਾਂ ਨਹੀਂ ਖੁਰਿਆ, ਜੇ ਕਿਤੇ ਨਾ ਕਿਤੇ ਉਹ ਰੈਲੀਆਂ ਰੂਲੀਆਂ ਕਰਨ 'ਚ ਸਫਲ ਹੋ ਰਹੇ ਨੇ। ਪਰ ਜਿਹੜਾ ਕਿਰਦਾਰ ਹੈ ਕੁਝ ਲੀਡਰਾਂ ਦਾ, ਜਿਸ ਤਰੀਕੇ ਦਾ ਇੱਕ ਸੁਖਬੀਰ ਬਾਦਲ ਹੋਰਾਂ ਦਾ, ਤਾਂ ਜਿਸ ਤਰ੍ਹਾਂ ਰਾਜਨੀਤੀ ਨੂੰ ਉਹ ਇੱਕ ਫਰਮ ਚਲਾਉਣ ਵਾਂਗੂ ਲੈਂਦੇ ਨੇ, ਉਹ ਰਾਜਨੀਤੀ ਨੂੰ ਰਾਜਨੀਤੀ ਵਾਂਗੂ ਲੈਂਦੇ ਨਹੀਂ। ਤੇ ਦੂਜੇ ਪਾਸੇ ਮਾਇਆਵਤੀ ਹੋਰਾਂ ਦਾ ਜਿਹੜਾ ਕਿਰਦਾਰ ਹੈ, ਆਪਾਂ ਸਾਰੇ ਜਾਣਦੇ ਹਾਂ, ਉਹਨੂੰ ਇਸ ਗੱਲ ਬਾਰੇ ਬਹੁਤ ਉਹ ਮਤਲਬ ਉਹਨਾਂ ਦਾ ਨਾਂ ਜਿਹੜਾ ਬੱਦੂ ਹੋ ਚੁੱਕਾ ਹੈ ਕਿ ਉਹ ਇਲੈਕਸ਼ਨਾਂ ਨੂੰ ਇੱਕ ਮਾਇਆ ਕਮਾਉਣ ਦਾ ਸਾਧਨ ਸ਼ਾਇਦ ਬਣਾ ਕੇ ਵਰਤਦੇ ਆ। ਤੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਕਰੋੜਾਂ ਰੁਪਈਆਂ ਦਾ ਆਦਾਨ ਪ੍ਰਦਾਨ ਹੁੰਦਾ ਆ ਜਦੋਂ ਇਲੈਕਸ਼ਨਾਂ ਹੁੰਦੀਆਂ ਜੋੜ ਤੋੜ ਵਾਸਤੇ, ਤੇ ਫਿਰ ਜਿਹੜਾ ਪੰਜਾਬ ਕਾਡਰ ਦਾ, ਉਹਨਾਂ ਦਾ ਇਮਾਨਦਾਰ ਕਾਡਰ ਹੈ, ਉਹ ਕੁਝ ਕਹਿੰਦਾ ਰਹੇ ਜੇ ਮਾਇਆਵਤੀ ਹੋਰਾਂ ਕੋਲ ਖਜ਼ਾਨਾ ਪਹੁੰਚ ਗਿਆ ਹੋਇਆ, ਤੇ ਫਿਰ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਫੈਸਲੇ 'ਚ ਕੋਈ ਤਬਦੀਲੀ ਕਰ ਲੈਣਗੇ? ਦੇਖੋ, ਮਾਇਆਵਤੀ ਜੀ ਦੀ ਮਾਇਆ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹ ਮਾਇਆ ਨੇ ਕਿਸ ਪਾਸੇ ਵੱਲ ਨੂੰ ਚਲੇ ਜਾਣਾ ਆ, ਕਿਉਂਕਿ ਇੱਕ ਦਬਾਅ ਤਾਂ ਦੇਖੋ ਬਹੁਤ ਵੱਡਾ ਪੱਧਰ ਦੇ ਉੱਤੇ ਮਾਇਆਵਤੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਵੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅੱਖ ਸੀ ਪੰਜਾਬ ਦੇ ਵਿੱਚ, ਹੋਰ ਤਾਂ ਕੋਈ ਸਾਥੀ ਲੱਭਦਾ ਨਹੀਂ ਸੀ। ਵੀ ਜੇ ਬਹੁਜਨ ਸਮਾਜ ਪਾਰਟੀ ਨਾਲ ਇਹ ਗੱਠਜੋੜ ਹੋ ਜਾਏ ਤਾਂ ਜਿਹੜੀ ਥੋੜੀ ਬਹੁਤ ਭਰਪਾਈ ਜਿਹੜੀ ਹੋ ਸਕਦੀ ਆ ਅਕਾਲੀ ਦਲ ਨਾਲੋਂ, ਜਿਹੜਾ ਨਾਤਾ ਟੁੱਟਾ ਹੈ ਉਹਦੇ ਨਾਲ ਜਿਹੜਾ ਨੁਕਸਾਨ ਉਹਨਾਂ ਨੂੰ ਹੁੰਦਾ ਦਿਖਾਈ ਦੇ ਰਿਹਾ, ਤੇ ਉਹਦੇ 'ਚੋਂ ਸਫਲ ਨਹੀਂ ਹੋਏ। ਤੇ ਮੈਂ ਇਹ ਗੱਲ ਕਹੀ ਸੀ ਕਿ ਇਹ ਗੱਠਜੋੜ ਭਾਵੇਂ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ ਹੋ ਗਿਆ, ਐਲਾਨ ਹੋ ਗਿਆ, ਪਰ ਹਾਲੇ ਵੀ ਭਾਰਤੀ ਜਨਤਾ ਪਾਰਟੀ ਆਪਣਾ ਯਤਨ ਕਰ ਰਹੀ ਹੋਏਗੀ ਮਾਇਆਵਤੀ ਦੇ ਉੱਤੇ ਕੋਈ ਨਾ ਕੋਈ ਦਬਾਅ ਬਣਾਉਣ ਦਾ, ਜਾਂ ਕੋਈ ਆਪਣਾ ਏਲਚੀ ਜਿਹੜਾ ਉਹਨਾਂ ਨਾਲ ਰਾਬਤੇ 'ਚ ਰੱਖਿਆ ਹੋਏਗਾ ਉਹਨਾਂ ਨੇ। ਬਾਕੀ ਬਹੁਤ ਸਾਰੇ ਜਿਹੜੀਆਂ ਕੇਂਦਰੀ ਏਜੰਸੀਆਂ, ਉਹਦਾ ਸ਼ਿਕੰਜਾ ਵੀ ਕਈ ਵਾਰੀ ਕੱਸਣ ਕੁਸਣ ਦੀ ਚੇਤਾਵਨੀ ਜਾਂ ਧਮਕੀ
ਦੀ ਸੁਰ ਦੇ ਵਿੱਚ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਰਹੀਆਂ ਬਹੁਤ ਸਾਰੇ ਲੀਡਰਾਂ ਨੂੰ, ਤੇ ਬਾਕੀ ਮਾਇਆ ਦਾ ਵੀ ਮਾਮਲਾ ਹੈ। ਸੋ ਇਸ ਕਰਕੇ ਪੋਸੀਬਿਲਿਟੀ ਕੁਝ ਵੀ ਹੈ, ਹੋ ਸਕਦਾ ਹੈ ਕਿ ਜਿੱਦਾਂ ਅੱਗੇ ਵੀ 10 ਸਾਲ ਤੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਲਗਾਤਾਰ, ਉਹਨਾਂ 2 ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਇਕੱਲਿਆਂ ਚੋਣ ਲੜੀ 117 ਦੇ 117 ਹਲਕਿਆਂ 'ਚ। ਉਹ ਵੀ ਤਾਂ ਕਿਸੇ ਇੱਕ ਧਿਰ ਨੂੰ ਲਾਭ ਪਹੁੰਚਾਉਣ ਲਈ ਸੀ ਨਾ, ਤੇ ਉਹ ਲਾਭ ਪਹੁੰਚਿਆ ਵੀ ਜਿੱਥੇ ਕਿਤੇ ਵੀ ਜਿਹੜੀ ਵੋਟ ਮਤਲਬ 500-700 1000 2000 ਵੋਟ ਤੇ ਜਿੱਥੇ ਜਿੱਤੇ ਹੋਣਗੇ ਅਕਾਲੀ ਦਲ ਦੇ ਲੀਡਰ ਉਹਨਾਂ 2 ਚੋਣਾਂ ਦੇ ਵਿੱਚ, ਤੇ ਉਹ ਜਿਹੜੀ ਵੋਟ ਖਰਾਬ ਕੀਤੀ ਹੋਏਗੀ ਕਾਂਗਰਸ ਪਾਰਟੀ ਦੀ ਜਾਂ ਵਿਰੋਧੀ ਧਿਰ ਦੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ, ਉਹ ਇਹਦਾ ਮਤਲਬ ਹੈ ਸਿੱਧੇ ਤੌਰ ਦੇ ਉੱਤੇ ਅਕਾਲੀ ਦਲ ਬੀਜੇਪੀ ਗੱਠਜੋੜ ਦੀ ਹੀ ਹਮਾਇਤ ਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ, ਤੇ ਉਹ ਸੌਦੇਬਾਜ਼ੀ ਤੋਂ ਬਿਨਾਂ ਹੋ ਨਹੀਂ ਸਕਦਾ। ਸੋ ਸਿਆਸਤ ਜਿਹੜੀ ਸੌਦੇਬਾਜ਼ੀ ਬਣ ਚੁੱਕੀ ਹੈ, ਉਹਦੇ 'ਚ ਜਿੱਦਾਂ ਬੀਬੀ ਮਾਇਆਵਤੀ ਦਾ ਤੁਸੀਂ ਜ਼ਿਕਰ ਕੀਤਾ, ਤੇ ਅਸੀਂ ਕਿਸੇ ਵੀ ਸਿਆਸੀ ਆਗੂ ਬਾਰੇ ਕਿ ਜਿਹੜੀ ਭਾਸ਼ਾ ਦੀ ਸਾਡੇ ਕੋਲ ਜਿਹੜੀ ਮਰਿਆਦਾ ਹਮੇਸ਼ਾ ਕਾਇਮ ਰੱਖਦੇ ਆ, ਬੜੀ ਕਦਰ ਹੈ ਸਾਡੇ ਮਨ 'ਚ। ਇੱਕ ਦਲਿਤ ਰਾਜਨੀਤੀ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ, ਪਰ ਲੰਮੇ ਸਮੇਂ ਤੋਂ ਜੋ ਕੁਝ ਅਸੀਂ ਦੇਖ ਰਹੇ ਹਾਂ ਉਹਦੇ 'ਚ ਇਹੀ ਦੇਖਿਆ ਹੈ ਕਿ ਕਾਡਰ ਦੀ ਦਿਆਨਤਦਾਰੀ, ਕਾਡਰ ਦੀ ਇਮਾਨਦਾਰੀ, ਕਾਡਰ ਦੀ ਜਿਹੜੀ ਕਮਿਟਮੈਂਟ ਹੈ, ਉਹਦੇ ਨਾਲ ਹਮੇਸ਼ਾ ਧੋਖਾ ਹੋਇਆ, ਤੇ ਜਿੱਧਰ ਨੂੰ ਜੀ ਕੀਤਾ ਉਧਰ ਨੂੰ ਇਹਨਾਂ ਨੂੰ ਲੈ ਗਏ। ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਅੱਜ ਕੱਲ੍ਹ ਤਾਂ ਜਿਹੜੇ ਲੋਕ ਹੈ ਜਾਂ ਥੱਲੇ ਲੋਕ ਕੰਮ ਕਰ ਰਹੇ ਨੇ ਪਾਰਟੀਆਂ 'ਚ, ਉਹਨਾਂ ਨੂੰ ਲੋਕ ਤਾਂ ਬਹੁਤ ਦੂਰ ਦੀ ਗੱਲ ਹੈ, ਇਕੱਲਾ ਵੋਟਰ ਸਮਝਿਆ ਜਾਂਦਾ, ਤੇ ਹੁਣ ਤਾਂ ਉਸ ਤੋਂ ਵੀ ਅੱਗੇ ਹੋ ਗਈ ਹੈ ਵੀ ਹਾਂ ਠੀਕ ਆ, ਉਹ ਸਮਝ ਲਿਆ ਉਹਨਾਂ ਨੂੰ ਭੇਡਾਂ, ਕੰਨ ਫੜੋ ਜਿੱਧਰ ਨੂੰ ਮਰਜ਼ੀ ਲੈ ਜਾਓ, ਤੇ ਅੰਧ ਭਗਤੀ ਦੇ ਵਿੱਚ ਜਨੂਨ ਦੇ ਵਿੱਚ ਲੋਕ ਜਿਹੜੇ ਉਧਰ ਨੂੰ ਤੁਰ ਪੈਂਦੇ ਆ। ਪਰ ਇਹਦਾ ਓਵਰਆਲ ਨੁਕਸਾਨ ਇਹ ਹੁੰਦਾ ਹੈ ਕਿ ਲਗਾਤਾਰ ਫਿਰ ਜਿਹੜਾ ਤੁਹਾਡਾ ਇੱਕ ਬੇਸ ਹੈ ਉਹ ਖੁਰਦਾ ਜਾਂਦਾ। ਇਹੀ ਕਾਰਨ ਹੈ ਕਿ 10% ਤੱਕ ਇੱਕ ਵੋਟ ਸੀਗਾ ਕਿਸੇ ਵੇਲੇ ਬਹੁਜਨ ਸਮਾਜ ਪਾਰਟੀ ਕੋ ਪੰਜਾਬ ਦੇ ਵਿੱਚ, ਉਹ ਖੁਰਦਾ ਉਹ 1.5% ਤੱਕ ਰਹਿ ਗਿਆ। ਤੇ ਆਹ ਗੱਠਜੋੜ ਜੇ ਏਦਾਂ ਹੀ ਚੱਲਦਾ ਜਿੱਦਾਂ ਦਿਖਾਈ ਦੇ ਰਿਹਾ, ਤੇ ਵੋਟ ਪਰਸੈਂਟ ਜਦੋਂ ਇਕੱਠਾ ਕਰਕੇ ਗਿਣਿਆ ਜਾਊਗਾ ਬੀਐਸਪੀ ਦੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ, ਉਦੋਂ ਹੋਊਗਾ ਜੀ ਥੋੜਾ ਬਹੁਤ ਵੱਧ ਗਿਆ ਜੀ, 2% ਹੋ ਗਿਆ, 2.5% ਹੋ ਗਿਆ, 3% ਹੋ ਗਿਆ, ਪਰ ਉਹ ਇਕੱਲਿਆਂ ਦਾ ਵੋਟ ਪਰਸੈਂਟ ਨਹੀਂ ਹੋਊਗਾ, ਉਹ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਵੋਟ ਪਰਸੈਂਟ ਹੈ। ਇਕੱਲਿਆਂ ਦਾ ਵੋਟ ਪਰਸੈਂਟ ਜਿਹੜਾ ਆ ਬਹੁਜਨ ਸਮਾਜ ਪਾਰਟੀ ਦਾ ਹੋਰ ਖੁਰ ਜਾਏਗਾ, ਤੇ ਫਿਰ ਜਿਹੜੀ ਇਰਰੈਲੇਵੈਂਸ ਤਾਂ ਹੋਣੀ ਹੋ ਗਈ ਆ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਬਹੁਜਨ ਸਮਾਜ ਪਾਰਟੀ, ਤੇ ਫਿਰ ਆਉਂਦੇ ਸਮੇਂ ਦੇ ਵਿੱਚ ਉਹਦੀ ਪ੍ਰਸੰਗਿਕਤਾ ਕੋਈ ਹੋਰ ਬਹੁਤੀ ਨਹੀਂ ਰਹਿਣੀ। ਦਸਾਂਝ ਸਾਹਿਬ, ਜਿਹੜਾ ਵੋਟ ਪਰਸੈਂਟ ਹੈ, ਇੱਕ ਪੰਜਾਬ ਵਰਗੇ ਸੂਬੇ ਦੇ ਵਿੱਚ ਸਰਕਾਰ ਬਣਾਉਣ ਲਈ ਕਿੰਨੇ ਕੁ % ਵੋਟ ਪਰਸੈਂਟ ਜਿਹੜਾ ਵਾ ਉਸ ਧਿਰ ਨਾਲ ਹੋਵੇ ਤੇ ਉਹ ਇੰਡੀਪੈਂਡੈਂਟਲੀ ਆਪਣੀ ਸਰਕਾਰ ਮਤਲਬ ਬਣਾ ਸਕਦੇ ਆ, ਤੇ ਕੀ ਜਿਹੜਾ ਵੋਟ ਪਰਸੈਂਟ ਹੁੰਦਾ ਆ ਉਹ ਐਗਜ਼ੈਕਟਲੀ ਜਿਹੜੀਆਂ ਵੋਟਾਂ ਪੈਂਦੀਆਂ ਨੇ ਪਰਸੈਂਟੇਜ ਹੁੰਦੀ ਆ, ਉਹ ਜਿਹੜੇ ਜੇਤੂ ਕੈਂਡੀਡੇਟ ਹੁੰਦੇ ਨੇ ਉਹ ਕਨਵਰਟ ਕਰਨ 'ਚ ਕਿੰਨਾ ਕੁ ਕਾਮਯਾਬ ਹੁੰਦਾ? ਕਿਉਂਕਿ ਕਈ ਵਾਰ ਖਿੰਡਰਿਆ ਹੋਇਆ ਵੋਟ ਪਰਸੈਂਟੇਜ ਹੁੰਦਾ ਆ, ਪਰਸੈਂਟ ਵੋਟ ਤਾਂ ਪੈ ਜਾਂਦਾ ਪਰ ਉਹ ਜਿੱਤ ਵਿੱਚ ਨਹੀਂ ਬਦਲ ਪਾਉਂਦਾ। ਸੋ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਕਿੰਨੇ % ਕਿਸੇ ਪਾਰਟੀ ਕੋਲ ਵੋਟ ਪਰਸੈਂਟ ਹੋਵੇ ਤੇ ਉਹ ਆਪਣਾ ਕੰਫਰਟੇਬਲੀ ਆਪਣੀ ਸਰਕਾਰ ਜਿਹੜੀ ਉਹਦਾ ਗਠਨ ਕਰ ਸਕਦੇ ਆ? ਤੇ ਜਿਹੜਾ ਵੋਟ ਪਰਸੈਂਟ ਦੀ ਆਪਾਂ ਬਾਰ-ਬਾਰ ਗੱਲ ਕਰਦੇ ਆ, ਜਿਹੜਾ ਵੋਟ ਪਰਸੈਂਟ ਆ ਉਹ ਜੇਤੂ ਕੈਂਡੀਡੇਟ ਕਿੰਨੇ ਕੁ ਕਨਵਰਟ ਕਰ ਸਕਦਾ, ਕਿਸ ਤਰੀਕੇ ਨਾਲ ਉਹ ਜਿਹੜਾ ਇਹਦਾ ਕੈਲਕੂਲੇਸ਼ਨ ਹੈ, ਇਹ ਥੋੜੀ ਸਮਝਾਓ ਸਾਨੂੰ। ਦੇਖੋ, ਵੈਸੇ ਤਾਂ ਜਿਹੜਾ ਵੋਟਿੰਗ ਪੈਟਰਨ ਜਿਹੜਾ ਆ ਉਹ ਵੱਖਰਾ ਹੁੰਦਾ, ਕਈ ਵਾਰੀ ਹਲਕਾ ਵਾਈਜ਼ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਮਤਲਬ ਓਵਰਆਲ ਜੇ ਤੁਸੀਂ ਗੱਲ ਕਰਦੇ ਹੋ, ਕਿਸੇ ਹੋ ਸਕਦਾ ਕਿਸੇ ਇੱਕ ਕੰਸਟੀਚੁਐਂਸੀ ਦੇ ਵਿੱਚ ਇੱਕ ਕੈਂਡੀਡੇਟ ਜਿਹੜਾ ਆ ਬਹੁਤ ਵੱਡੀ ਜਿੱਤ ਹਾਸਲ ਕਰ ਲਏ, ਜਿਵੇਂ ਸਾਡੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਕਈ ਵਾਰੀ ਹੁੰਦਾ ਹੈ ਕਿ ਲੱਖਾਂ ਦੀ ਜਿਹੜੀ ਆ ਉਹਨਾਂ ਦੀ ਲੀਡ ਹੁੰਦੀ ਹੈ। ਜਿੱਦਾਂ ਸੰਗਰੂਰ ਵਾਲੀ 3 ਲੱਖ ਤੋਂ ਵੱਧ ਵੋਟਾਂ ਨਾਲ ਪਹਿਲੀ ਵਾਰ ਚੋਣ ਜਿੱਤੀ MP ਦੀ ਭਗਵੰਤ ਮਾਨ ਨੇ। ਪਿਛਲੀ ਵਾਰੀ ਉਹਨਾਂ ਦੀ ਵੋਟ ਡ੍ਰੌਪ ਹੋ ਗਈ, 2 ਲੱਖ ਵੋਟ ਘੱਟ ਗਈ ਤੇ ਉਹਨਾਂ ਦਾ ਮਾਰਜਨ 1 ਲੱਖ ਦਾ ਰਹਿ ਗਿਆ। ਸੋ ਜਦੋਂ ਕਿਸੇ ਕੈਂਡੀਡੇਟ ਨੂੰ ਬਹੁਤ ਜ਼ਿਆਦਾ ਵੋਟ ਪੈਂਦੀ ਹੈ ਤੇ ਓਵਰਆਲ ਜਦੋਂ ਅਸੀਂ ਵੋਟ ਪਰਸੈਂਟ ਕਹਿੰਦੇ ਆ, ਤੇ ਫਿਰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਵੋਟ ਪਰਸੈਂਟ ਤਾਂ ਇਹਨਾਂ ਦਾ ਇੰਨਾ ਜ਼ਿਆਦਾ ਆ ਤੇ ਉਹਦੇ ਬਾਵਜੂਦ ਵੀ 10 ਕੈਂਡੀਡੇਟ ਜਿੱਤ ਗਏ ਆ ਤੇ ਬਾਕੀ ਜਿਹੜੇ ਕੈਂਡੀਡੇਟ ਆ ਉਹ ਹਾਰ ਗਏ। ਉਹਦਾ ਕਾਰਨ ਇਹੀ ਹੁੰਦਾ ਵੀ ਕਿਸੇ ਇੱਕ ਕੈਂਡੀਡੇਟ ਨੂੰ, 2 ਕੈਂਡੀਡੇਟ ਨੂੰ, 10 ਕੈਂਡੀਡੇਟ ਨੂੰ ਜ਼ਿਆਦਾ ਵੋਟ ਪੈ ਜਾਂਦੀ ਉਹਦੀ ਪੋਪੂਲੈਰਿਟੀ ਦੇ ਹਿਸਾਬ ਦੇ ਨਾਲ ਜਾਂ ਉਹਦੇ ਘਾਪ ਦੇ ਨਾਲ, ਤੇ ਬਾਕੀ ਹਲਕਿਆਂ ਦੇ ਵਿੱਚ ਵੋਟ ਪਰਸੈਂਟ ਦਾ ਪੈਟਰਨ ਉਹ ਨਹੀਂ ਰਹਿੰਦਾ ਜਿਹੜਾ ਉਹਨਾਂ ਜੇਤੂ ਹਲਕਿਆਂ 'ਚ ਹੁੰਦਾ ਹੈ। ਪਰ ਓਵਰਆਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਜਦੋਂ ਬਰਾਬਰ ਦੀ ਟੱਕਰ ਹੋਵੇ
ਉਦੋਂ 40% ਦੇ ਨੇੜੇ ਤੇੜੇ, 40-42% ਦੇ ਨੇੜੇ ਤੇੜੇ ਓਵਰਆਲ ਜੇ ਕੋਈ ਪਾਰਟੀ ਸ਼ੇਅਰ ਕਰ ਜਾਂਦੀ ਹੈ, ਵੋਟ ਪਰਸੈਂਟ ਲੈ ਜਾਂਦੀ ਹੈ, ਤਾਂ ਉਹ ਜੇਤੂ ਪੋਲ ਹੋਈਆਂ ਪੋਜੀਸ਼ਨ 'ਚ ਵੋਟਾਂ ਦੀ ਗੱਲ ਹੁੰਦੀ ਕਰ ਹੈ। ਰਹੇ ਹੋ, ਪੋਲ ਹੋਈਆਂ ਵੋਟਾਂ ਦੀ ਗੱਲ ਕਰ ਰਹੇ ਹੋ ਜਾਂ ਟੋਟਲ ਪੋਲ ਪਾਪੂਲੇਸ਼ਨ ਦੀ ਗੱਲ? ਨਹੀਂ, ਪਾਪੂਲੇਸ਼ਨ ਦੇ ਹਿਸਾਬ ਨਹੀਂ, ਜਿਹੜਾ ਵੋਟ ਪਰਸੈਂਟ ਜਿਹੜਾ ਕਾਊਂਟ ਕੀਤਾ ਜਾਂਦਾ, ਪੋਲ ਹੋਈਆਂ ਵੋਟਾਂ ਦੇ ਹਿਸਾਬ ਨਾਲ ਹੀ ਹੈ। ਅੱਛਾ ਜੀ। ਪੋਲ ਹੋਈਆਂ ਵੋਟਾਂ ਦੇ ਹਿਸਾਬ ਦੇ ਨਾਲ ਹੀ ਵੋਟ ਪਰਸੈਂਟ ਜਿਹੜਾ ਉਹ ਦੇਖਿਆ ਜਾਂਦਾ ਹੈ, ਵੀ ਕਿੰਨੀਆਂ ਪੋਲ ਹੋਈਆਂ, ਉਹਦੇ ਚੋਂ ਕਿੰਨੀਆਂ ਪੈ ਗਈਆਂ ਜਿੱਤਣ ਵਾਲੀ ਧਿਰ ਨੂੰ ਤੇ ਕਿੰਨੀਆਂ ਹਾਰਨ ਵਾਲੀ। ਆਮ ਤੌਰ ਤੇ ਕਾਂਗਰਸ ਤੇ ਅਕਾਲੀ ਬੀਜੇਪੀ ਗੱਠਜੋੜ ਦਾ ਜਿਹੜਾ ਬਹੁਤਾ ਟਕਰਾਅ ਰਹਿੰਦਾ ਹੈ, ਮੇਰੇ ਕੋਲ ਐਗਜ਼ੈਕਟ ਫਿਗਰ ਤਾਂ ਨਹੀਂ ਹੈ, ਪਰ 40-42% ਤੱਕ ਜੇਤੂ ਜਿਹੜੀ ਧਿਰ ਹੁੰਦੀ ਹੈ ਉਹਦਾ ਵੋਟ ਪਰਸੈਂਟ ਹੁੰਦਾ ਹੈ, ਤੇ 35, 36, 37, 38 ਤੱਕ ਜਾਂ ਬਹੁਤ ਟਫ ਫਾਈਟ ਹੋਵੇ, ਜਦੋਂ ਇੱਕ ਵਾਰੀ ਤੰਬੂ ਗੱਡ ਲਏ ਸੀ, ਜਿੱਤ ਦੇ ਜਸ਼ਨ ਮਨਾਉਣੇ ਸੀ ਕੈਪਟਨ ਅਮਰਿੰਦਰ ਨੇ ਪਿਛਲੀ ਵਾਰੀ, ਤੇ ਅਚਾਨਕ ਹੀ ਬਾਜ਼ੀ ਪਲਟ ਗਈ ਸੀ। ਉਦੋਂ ਬਹੁਤ ਨੇੜੇ ਸੀ ਇਹਨਾਂ ਦਾ ਵੋਟ ਸ਼ੇਅਰ, ਮਤਲਬ 1.5-2% ਦਾ ਫਰਕ ਸੀ, ਜਿੱਦਾਂ ਕੇਰਲਾ 'ਚ ਹੁੰਦਾ। ਕੇਰਲਾ 'ਚ ਹਮੇਸ਼ਾ ਹੀ LDF ਤੇ ਜਿਹੜਾ UDF ਹੈ, ਇਹਨਾਂ ਦਾ ਵੋਟ ਪਰਸੈਂਟ ਜਿਹੜਾ ਆਪੋ ਵਿੱਚ ਹੀ ਜਿਹੜਾ ਟਕਰਾਅ ਐਡਾ ਫਾਈਟ ਵਾਲਾ ਹੁੰਦਾ ਵੀ 2 ਤੋਂ 1.5-2 ਵੱਧ ਤੋਂ ਵੱਧ 2.5% ਤੱਕ ਦਾ ਫਰਕ ਹੁੰਦਾ ਹੈ। ਤੇ ਪੰਜਾਬ ਦੇ ਵਿੱਚ ਵੀ ਏਦਾਂ ਹੀ ਰਿਹਾ, ਪੰਜਾਬ 'ਚ 5-4% ਦਾ ਰਹਿੰਦਾ ਫਰਕ। ਤੇ ਜਿਹੜੀ ਜਿੱਦਾਂ ਹੁਣ ਗੱਲ ਬਣ ਰਹੀ ਹੈ, ਆਪਣੇ ਦੇਖ ਰਹੇ ਆਪਾਂ ਵੀ 3 ਧਿਰੀ ਟੱਕਰ ਹੋ ਜਾਂਦੀ ਆ। ਮੰਨ ਲਓ ਕਾਂਗਰਸ ਪਾਰਟੀ ਦੀ ਆਪਣੀ ਪ੍ਰੋਬਲਮ ਹੈ, ਬਹੁਤ ਜ਼ਿਆਦਾ ਮੁਸ਼ਕਲ 'ਚ ਹੈ, ਕੈਪਟਨ ਅਮਰਿੰਦਰ ਖੁਦ ਘਿਰੇ ਹੋਏ ਆ, ਤੇ ਹਾਲੇ ਟਿਕਟਾਂ ਦੀ ਵੰਡ ਵੇਲੇ ਵੱਡੀ ਬਗਾਵਤ ਹੋਣੀ ਹੈ। ਤੇ ਉਧਰ ਅਕਾਲੀ BSP ਗੱਠਜੋੜ ਜਿਹੜਾ ਉਹ ਹਾਲੇ ਵੀ ਉਹਦਾ ਕੋਈ ਯਕੀਨ ਨਹੀਂ, ਉਹ ਰਹਿਣਾ ਜਾਂ ਨਹੀਂ ਰਹਿਣਾ। ਤੇ ਜਿਹੜੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਕਿਸੇ ਵੀ ਮੁਕਾਬਲੇ 'ਚ ਨਹੀਂ ਹੈ। ਤਾਂ ਜਿਹੜੀ ਆਮ ਆਦਮੀ ਪਾਰਟੀ ਹੈ, ਉਹ ਵੀ ਕੋਈ ਉਹਦੀ ਵੇਵ ਨਹੀਂ ਹੈ, ਪਰ ਕਿਉਂਕਿ ਹਾਲਤ ਮਾੜੀ ਹੈ ਸਰਕਾਰ ਦੀ, ਅਕਾਲੀ ਦਲ ਦੀ ਵੀ ਮਾੜੀ ਹੈ, ਤੇ ਕਿਸਾਨ ਅੰਦੋਲਨ ਵੀ ਇੱਕ ਹੈਗਾ, ਤੇ ਬਦਲ ਕੋਈ ਹੈ ਨਹੀਂ ਲੋਕਾਂ ਦੇ ਕੋਲ, ਤਾਂ ਥੋੜੀ ਬਹੁਤ ਵੋਟ ਜਿਹੜੀ ਆ ਉਹ ਸ਼ਾਇਦ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋਏਗੀ। ਤੇ ਫਿਰ 3 ਧਿਰੀ ਜੇ ਟੱਕਰ ਹੋ ਜਾਂਦੀ ਹੈ, ਮੰਨ ਲਓ ਜਦੋਂ ਖਤਰਾ ਜਿਹਾ ਖੜਾ ਹੋ ਜਾਵੇ, ਵੀ ਹੋ ਸਕਦਾ ਹੰਗ ਅਸੈਂਬਲੀ ਆ ਜਾਵੇ, ਫਿਰ ਇਹਨਾਂ ਤਿੰਨਾਂ ਦੇ ਜਿਹੜੇ ਵੋਟ ਸ਼ੇਅਰ ਹੈ ਨੇੜੇ ਤੇੜੇ ਚੱਲ ਜਾਂਦੇ ਆ, ਉਹੀ 20-25-22% ਦੇ ਨੇੜੇ ਤੇੜੇ, ਤੇ ਫਿਰ ਉਹ ਅਜੀਬ ਜਿਹੀ ਸਥਿਤੀ ਬਣ ਜਾਂਦੀ। ਦਸਾਂਝ ਸਾਹਿਬ, ਬੜਾ ਵੱਡਾ ਭੈੜ ਗਿਣਿਆ ਜਾਂਦਾ ਹੈ ਡੈਮੋਕ੍ਰੇਸੀ ਦਾ। ਇਹਨਾਂ ਮੁਲਕਾਂ 'ਚ ਵੀ ਇਹ ਗੱਲ ਬੜੀ ਵਾਰ ਉਠਾਈ ਜਾਂਦੀ ਆ ਕਿ ਵੋਟ ਪਰਸੈਂਟੇਜ ਦਾ ਬਹੁਤ ਘੱਟ ਫਰਕ ਹੁੰਦਾ ਆ ਜੇਤੂ 'ਚ ਤੇ ਹਾਰਨ ਵਾਲਿਆਂ 'ਚ। ਇਸ ਕਰਕੇ ਕਿਹਾ ਜਾਂਦਾ ਹੈ ਕਿ ਪਾਰਟੀ ਨੂੰ ਅਧਿਕਾਰ ਹੋਣਾ ਚਾਹੀਦਾ ਹੈ ਕਿ ਆਪਣੀ ਵੋਟ ਪਰਸੈਂਟ ਦੇ ਹਿਸਾਬ ਨਾਲ ਉਹ ਆਪਣੀ ਨੋਮੀਨੇਸ਼ਨ ਕਰ ਸਕੇ, ਮੈਂਬਰ ਆਪਣੀ ਅਸੈਂਬਲੀ 'ਚ ਭੇਜ ਸਕੇ। ਇਸ ਤਰ੍ਹਾਂ ਦੀ ਗੱਲ ਮੈਂ ਭਾਰਤ ਵਿੱਚ ਤੇ ਕਦੀ ਨਹੀਂ ਸੁਣੀ। ਇੱਥੇ ਅਕਸਰ ਚਰਚਾ ਰਹਿੰਦੀ ਆ ਕਿ ਜਿਹੜੇ ਇਹ ਡੈਮੋਕ੍ਰੇਸੀ ਦੀ ਇੱਕ ਖਾਮੀ ਆ, ਇੱਕ ਭੈੜ ਹੈ ਕਿ ਕਈ ਵਾਰ ਜਿਹੜਾ ਵੋਟ ਪਰਸੈਂਟ ਹੁੰਦਾ ਉਹ ਪਾਰਟੀਆਂ ਦਾ ਕਾਫੀ ਹੁੰਦਾ, ਪਰ ਉਹ ਜੇਤੂ ਉਮੀਦਵਾਰ ਨਹੀਂ ਹੋ ਸਕਦੇ। ਤੇ ਪਾਰਟੀਆਂ ਮੰਗ ਕਰਦੀਆਂ ਨੇ, ਖਾਸ ਕਰਕੇ ਜਿਹੜੀਆਂ ਛੋਟੀਆਂ ਪਾਰਟੀਆਂ ਹੁੰਦੀਆਂ ਨੇ, ਕਿ ਸਾਨੂੰ ਅਸੈਂਬਲੀ ਦੇ ਵਿੱਚ ਵੋਟ ਪਰਸੈਂਟ ਦੇ ਹਿਸਾਬ ਨਾਲ ਕੈਂਡੀਡੇਟ ਨੋਮੀਨੇਟ ਕਰਨ ਦਾ ਅਧਿਕਾਰ ਮਿਲੇ। ਕੀ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਫਾਇਦਾ ਹੋ ਸਕਦਾ ਜੇ ਇਸ ਤਰ੍ਹਾਂ ਦਾ ਕੋਈ ਸਿਸਟਮ ਬਣ ਜਾਏ? ਦੇਖੋ, ਕੁਝ ਚੀਜ਼ਾਂ ਤਾਂ ਬਦਲਣ ਵਾਲੀਆਂ। ਸਾਡੇ ਭਾਰਤ ਦੇ ਜਿਹੜਾ ਚੋਣ ਅਮਲ ਹੈ, ਜਾਂ ਜਿਹੜਾ ਓਵਰਆਲ ਸਾਡਾ ਜਿਹੜਾ ਇਲੈਕਸ਼ਨ ਦਾ ਸਟਰਕਚਰ ਹੈ, ਇਹ ਚੋਣ ਸੁਧਾਰਾਂ ਦਾ ਮਾਮਲਾ ਹੈ। ਪਰ ਚੋਣ ਸੁਧਾਰ ਜਿਹੜੇ ਆ ਉਹ ਵੀ ਕਿਹਨੇ ਕਰਨੇ ਆ? ਜਿਹੜੀਆਂ ਚੀਜ਼ਾਂ ਸੂਟ ਕਰਦੀਆਂ ਆ, ਜਿਹੜੀਆਂ ਲੋਕ ਸੱਤਾ 'ਚ ਰਹਿੰਦੇ ਆ, ਆਉਂਦੇ ਜਾਂਦੇ ਰਹਿੰਦੇ ਆ, ਇੱਕੋ ਜਿਹਾ ਇਹਨਾਂ ਦਾ ਪੋਲੀਟੀਕਲ ਕਰੈਕਟਰ ਹੈ, ਤੇ ਇਹ ਚੀਜ਼ਾਂ ਤਾਂ ਉਹਨਾਂ ਨੇ ਬਦਲਦੀਆਂ। ਕਾਨੂੰਨ ਘਾੜੇ ਤਾਂ ਇਹੀ ਹੈ ਨਾ। ਇਹ ਤਾਂ ਹੁਣ ਇਹ ਕਰ ਰਹੇ ਆ ਵੀ ਹਾਂ, ਵੀ ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਹੈ, ਜਿਹਦੇ 'ਚ ਨਵੀਂ ਪਾਰਲੀਮੈਂਟ ਬਣ ਰਹੀ ਹੈ, ਨਵੇਂ ਜਿਹੜੇ ਆਫਿਸ ਬਣ ਰਹੇ ਨੇ MPs ਵਾਸਤੇ, ਤੇ ਪ੍ਰਧਾਨ ਮੰਤਰੀ ਦਾ ਇੱਕ ਮਹਿਲ ਉਸਾਰਿਆ ਜਾ ਰਿਹਾ ਹੈ। ਭਾਵੇਂ ਉਹ ਅਗਲੀ ਵਾਰ ਪ੍ਰਧਾਨ ਮੰਤਰੀ ਬਣਦੇ ਜਾਂ ਨਹੀਂ ਬਣਦੇ, ਪਰ ਜਿਹੜੇ ਲੋਕ ਆਉਣਗੇ ਉਹ ਵੀ ਇਹੀ ਕੁਝ ਚਾਹੁੰਦੇ ਆ। ਤੇ ਉਹਦੇ 'ਚ ਕੀ ਕੀਤਾ ਜਾ ਰਿਹਾ ਹੈ ਕਿ ਜਿੱਦਾਂ ਹੁਣ ਇਸ ਵੇਲੇ ਸਾਡੀਆਂ 544 ਦੇ ਕਰੀਬ ਲੋਕ ਸਭਾ ਦੀਆਂ ਸੀਟਾਂ ਆ, 250 ਰਾਜ ਸਭਾ ਦੀਆਂ ਸੀਟਾਂ ਆ ਨਾ ਜੀ, ਨੀਅਰ ਅਬਾਊਟ ਤੁਸੀਂ ਲਾ ਲਓ ਵੀ ਇਹ 800 ਦੇ ਨਹੀਂ 700 800 ਦੇ ਨੇੜੇ ਤੇੜੇ ਸੀਟਾਂ ਹੋ ਗਈਆਂ। ਤੇ ਜਿਹੜੀਆਂ ਹੁਣ ਜਿਹੜਾ ਨਵਾਂ ਪਾਰਲੀਮੈਂਟ ਹਾਊਸ ਜਿਹੜਾ ਉਸਾਰਿਆ ਜਾ ਰਿਹਾ, ਉਹਦੇ 'ਚ 900 ਤੋਂ ਜ਼ਿਆਦਾ ਜਿਹੜੀਆਂ ਸੀਟਾਂ ਰੱਖੀਆਂ ਜਾ ਰਹੀਆਂ। ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਜਿਹੜੇ ਆ ਹੋਰ ਬਣਾਏ ਜਾਣਗੇ, ਹੋਰ ਭਾਰ ਪਾਇਆ ਜਾਏਗਾ ਲੋਕਾਂ ਤੇ। ਜਿਹੜੀਆਂ ਯੂਰਪੀ ਯੂਨੀਅਨ ਦੇ ਜਿਹੜੇ ਮੁਲਕ ਹੈ, ਜਾਂ ਕੁਝ ਵਿਕਸਿਤ ਮੁਲਕ ਹੈ, ਜਰਮਨ ਹੈ ਜਿੱਦਾਂ, ਈਵਨ ਫਰਾਂਸ ਵੀ, ਇਹ ਲੋਕ ਆਪਣਾ ਪਾਰਲੀਮੈਂਟ ਦਾ ਆਕਾਰ ਘਟਾ ਰਹੇ ਹੈ। ਮਤਲਬ ਜਿਹੜੀ ਗਿਣਤੀ ਹੈ MPs ਦੀ, ਉਹ ਘਟਾ ਰਹੇ ਹੈ, ਇਹ ਕਹਿ ਕੇ ਕਿ ਜਿੰਨੇ ਜ਼ਿਆਦਾ ਘੱਟ ਲੋਕ ਹੋਣਗੇ ਤਾਂ ਕੁਆਲਿਟੀ ਡਿਸੀਜਨ ਹੋ ਸਕਣਗੇ। ਅਸੀਂ ਭੀੜ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਜਿਸ ਤਰ੍ਹਾਂ ਦਾ ਲੁੱਟ ਤੰਤਰ ਹੈ ਉਸਨੂੰ ਹੋਰ ਜ਼ਿਆਦਾ ਕੰਟੀਨਿਊ ਕਰ ਰਹੇ ਹਾਂ। ਤੋ ਇਨ ਬਿਟਵੀਨ ਇਹ ਸਾਰਾ, ਜਿੱਦਾਂ ਮੈਂ ਜ਼ਿਕਰ ਕਰ ਰਿਹਾ, ਚੋਣ ਸੁਧਾਰਾਂ ਦਾ ਮਾਮਲਾ, ਜਿਹੜੀ ਗੱਲ ਤੁਸੀਂ ਵੀ ਕਹੀ ਹੈ, ਪੋਸੀਬਿਲਿਟੀ ਇਹਦੀ ਹੋ ਸਕਦੀ ਆ, ਪਰ ਇਹ ਹੋਣੀ ਨਹੀਂ ਭਾਰਤ ਵਰਗੇ ਮੁਲਕ ਦੇ ਵਿੱਚ। ਇਸ ਤੋਂ ਬਿਨਾਂ ਬੜੀਆਂ ਹੋਰ ਗੱਲਾਂ ਹੈ। ਰੀਕਾਲ ਦੀ ਵੀ ਗੱਲ ਆਉਂਦੀ ਹੈ,
ਵੀ ਜੇ ਵੋਟ ਸ਼ੇਅਰ ਮੰਨ ਲਓ ਕਿਸੇ ਨੂੰ ਅਸੀਂ ਤਾਂ ਦੇਖਿਆ, ਤੁਸੀਂ ਵੀ ਦੇਖਿਆ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਪੰਜਾਬ ਵਿਧਾਨ ਸਭਾ ਦਾ ਚੋਣਾਂ ਦਾ, ਉਦੋਂ ਕਿਸੇ ਪਿੰਡ ਦੇ ਵਿੱਚ ਜੇ ਕੋਈ ਪੰਚ ਵੀ ਜਿੰਨੀਆਂ ਵੋਟਾਂ ਲੈ ਕੇ ਜਾਂਦਾ ਸੀ, ਉਹਦੀਆਂ ਵੋਟਾਂ ਲੈ ਕੇ ਲੋਕ ਐਮਐਲਏ ਬਣ ਗਏ। 400 ਹਜ਼ਾਰ ਵੋਟ ਲੈ ਕੇ ਲੋਕ ਐਮਐਲਏ ਬਣ ਗਏ। ਮਤਲਬ ਉਹ ਟੋਟਲ ਵੋਟ ਦਾ ਕੁਝ ਵੀ ਹਿੱਸਾ ਨਹੀਂ ਸੀ ਉਹ ਓਵਰਆਲ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਰੀਕਾਲ ਦਾ ਇੱਕ ਪ੍ਰਬੰਧ ਕਰਨਾ, ਵੀ ਜਿਹੜਾ ਬੰਦਾ ਨੇ ਤੁਹਾਡੇ ਵਾਅਦੇ ਕੀਤੇ ਤੇ ਉਹ ਵਾਅਦੇ ਉਹ ਪੂਰੇ ਨਹੀਂ ਕਰਦਾ, ਤਾਂ ਤੁਹਾਡੇ ਕੋਲ ਇੰਨਾ ਕੁ ਤਾਂ ਹੱਕ ਹੋਵੇ ਵੀ ਤੁਸੀਂ ਉਹਨੂੰ ਕਿਤੇ ਨਾ ਕਿਤੇ ਵਾਪਸ ਬੁਲਾ ਸਕੋ ਵੀ ਤੂੰ ਸਾਡੇ ਕਾਬਲ ਨਹੀਂ, ਸਾਡੇ ਤਾਂ ਠੱਗੀ ਮਾਰੀ ਹੈ। ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ। ਚੋਣ ਸੁਧਾਰਾਂ ਦੀ ਬੜੀ ਵੱਡੀ ਲੋੜ ਹੈ। ਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਤਲਬ ਸਾਡਾ ਇੱਕ ਕਿਸਮ ਦਾ ਦੁਕਾਨ ਤੇ ਹੀ ਹੈ ਕਿ ਪਿਛਲੀ ਵਾਰੀ 31% ਵੋਟ ਪਈ ਸੀ ਇਹਨਾਂ ਨੂੰ, ਬੀਜੇਪੀ ਨੂੰ। ਮਤਲਬ ਇਹਦਾ ਮਤਲਬ 69% ਜਿਹੜੇ ਲੋਕ ਸੀ ਭਾਰਤ ਦੇ, ਜਿਹੜੀ ਟੋਟਲ ਵੋਟ ਜਿਨ੍ਹਾਂ ਨੇ ਕੀਤਾ, ਉਹ ਇਹਦੇ ਖਿਲਾਫ ਸੀ। ਪਰ ਉਹਦੇ ਬਾਵਜੂਦ 31% ਵਾਲਾ ਸਾਡਾ ਪ੍ਰਧਾਨ ਮੰਤਰੀ, ਐਤਕੀ ਉਹ 35-36% ਹੈ, ਤਾਂ ਵੀ 64% ਜਿਹੜੀ ਉਹਦੇ ਖਿਲਾਫ ਹੈ ਵੋਟ। ਫਿਰ ਵੀ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਤੇ ਪ੍ਰਚੰਡ ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਹੈ। ਤੇ ਉਹ ਪ੍ਰਧਾਨ ਮੰਤਰੀ ਚੁਣੇ ਗਏ ਪ੍ਰਧਾਨ ਮੰਤਰੀ ਹੈ ਤੇ ਵਿਹਾਰ ਉਹਨਾਂ ਦਾ ਡਿਕਟੇਰੀਅਲ ਹੈ, ਤਾਨਾਸ਼ਾਹੀ ਵਾਲਾ ਹੈ। ਇਹ ਸਾਡੀ ਟੋਟਲ ਜਿਹੜਾ ਚੋਣ ਪ੍ਰਬੰਧ ਹੈ ਉਹਦੇ 'ਚ ਬਹੁਤ ਵੱਡੀਆਂ ਖਾਮੀਆਂ ਦਾ ਨਤੀਜਾ ਹੈ। ਦਸਾਂਝ ਸਾਹਿਬ, ਆਪਾਂ ਕਿਸੇ ਵੇਲੇ ਹੁਣ ਚੱਲਦਾ ਰਹਿਣਾ ਇਲੈਕਸ਼ਨ ਦਾ ਇਹ ਦੌਰਾ, ਤੇ ਆਪਾਂ ਜਿਹੜੇ ਚੋਣ ਸੁਧਾਰ ਨੇ, ਜਿਵੇਂ ਤੁਸੀਂ ਗੱਲ ਕੀਤੀ ਆ ਰੀਕਾਲ ਦੀ, ਮੈਨੀਫੈਸਟੋ ਨੂੰ ਲੀਗਲ ਦਸਤਾਵੇਜ਼ ਬਣਾਉਣ ਦੀ, ਪਰਸੈਂਟੇਜ ਵੋਟ ਦੇ ਮੁਤਾਬਕ ਰਿਪਰੈਜ਼ੈਂਟੇਸ਼ਨ ਮਿਲਦੀ, ਜਿਹੜੀਆਂ ਡੈਮੋਕ੍ਰੇਸੀ ਦੀਆਂ ਖਾਮੀਆਂ ਨੇ, ਉਹਦੇ ਤੇ ਕਿਸੇ ਦਿਨ ਸਪੈਸ਼ਲ ਪ੍ਰੋਗਰਾਮ ਕਰਾਂਗੇ ਇੱਕ। ਤੇ ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ ਤੇ ਫਿਰ ਆਪਾਂ ਅਗਲੀ ਸੈਗਮੈਂਟ 'ਚ ਕੁਝ ਹੋਰ ਗੱਲਾਂ ਪੰਜਾਬ ਦੀ ਸਿਆਸਤ ਬਾਰੇ ਹੀ ਕਰਦੇ ਹਾਂ ਜੀ। ਕਰ ਦਿਓ ਸ਼ੁਰੂ।